कोई ना सुनदा नागरिक विलक रहे, सब सौं गए कंन वलेट के। इन्हां सुत्तिआं नूं कौन जगाले होए, उठ जाग कित्तिया जाग तूं, शासक नूं पा दे पाले होए। न्यां थिड़किया मीडिया चोर होया, न्यां थिड़किया मीडिया चोर होया। रंग बदल के नेता होर होया। वण भज्जिया आवाज़ ना देवंदा, जनता न्यां सड़कां ते भाले होए। उठ जाग किरतिया जाग तूं, शासक नूं पा दे पाले होए। तेरे शांतमई इस अंदोलन तो है तख्त शासक दा डोल रहा। तेरे सच दे रस्ते चलदे तो नित झूठ दा पोल है खोल रहा। ये झूठ दे बदल छट जाने जदों रस्ता सच विखाले होए। उठ जाग किरतिया जाग तूं, शासक नूं पा दे पाले होए। ਨੈਸ਼ਨਲ ਪੋਸਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜੀ ਤਰਨਤਾਰਨ ਤੋਂ ਪਵਨ ਕੁਮਾਰ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੋ ਅੱਜ ਦੇਸ਼ ਵਿੱਚ ਹਾਲਾਤ ਬਣੇ ਹੋਏ ਨੇ ਉਹ ਕਾਫੀ ਬੱਤਰ ਜਾ ਰਹੇ ਨੇ। ਲਗਾਤਾਰ ਗੱਲ ਕਰੀਏ ਕਿਸਾਨੀ ਮੋਰਚੇ ਦੀ, ਲਗਾਤਾਰ ਗੱਲ ਕਰੀਏ ਸਕੂਲੀ ਬੱਚਿਆਂ ਦੇ ਭਵਿੱਖ ਦੀ, ਲਗਾਤਾਰ ਗੱਲ ਕਰੀ ਆਉਣ ਵਾਲੇ ਇਲੈਕਸ਼ਨਾਂ ਦੀ ਵੀ ਕਈ ਨਾ ਕਈ ਮੁੱਦੇ ਜੋ ਕਿ ਭੜਕੇ ਹੋਏ ਨੇ। ਇਸ ਵਕਤ ਸਾਡੇ ਨਾਲ ਨੈਸ਼ਨਲ ਪੋਸਟ ਟੀਵੀ ਦੇ ਇਸ ਵਕਤ ਸਾਡੇ ਨਾਲ ਇਸ ਵਕਤ ਮਾਸਟਰ ਗੁਰਜੰਟ ਸਿੰਘ ਜੀ ਜੋ ਕਿ ਸਾਡੇ ਨਾਲ ਨੈਸ਼ਨਲ ਪੋਸਟ ਦੇ ਆਪਣੀ ਗੱਲ ਰੱਖਣ ਜਾ ਰਹੇ ਨੇ। ਉਹਨਾਂ ਨੇ ਕਹਿਣਾ ਦਾਅਵਾ ਕੀਤਾ ਉਹਨਾਂ ਨੇ ਕਿ ਜੋ ਕਿ ਅੱਜ ਹਾਲਾਤ ਨੇ ਉਹ ਕੀ ਬੱਤਰ ਹੋ ਜਾਣੇ, ਜੋ ਕਿ ਆਪਣੀ ਕਵਿਤਾ ਰਾਹੀਂ ਆਪਣੇ ਨੈਸ਼ਨਲ ਪੋਸਟ 'ਤੇ ਪੇਸ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਨੈਸ਼ਨਲ ਪੋਸਟ ਦਾ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਮਿਹਰਬਾਨੀ, ਤੁਸੀਂ ਅੱਜ ਮੇਰੇ ਕੋਲ ਆਏ। ਸਾਰੇ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਵਾਂ ਦੇਸ਼ ਦੇ ਵਰਤਮਾਨ ਹਾਲਾਤਾਂ 'ਤੇ, ਦੇਸ਼ ਦੀ ਵਰਤਮਾਨ ਸਰਕਾਰ 'ਤੇ। ਕਿਉਂਕਿ ਸਰਕਾਰਾਂ ਜਿਹੜੀਆਂ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ, ਇੱਕ ਸੰਵਿਧਾਨਕ ਜ਼ਿੰਮੇਵਾਰੀ ਦਿੱਤੀ ਜਾਂਦੀ ਆ। ਜਦੋਂ ਸਰਕਾਰਾਂ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਜਾਂਦੀਆਂ ਵਾ ਅਤੇ ਉਦੋਂ ਦੇਸ਼ ਦੇ ਜੋ ਹਾਲਾਤ ਹੁੰਦੇ ਆ, ਦੇਸ਼ ਦੇ ਨਾਗਰਿਕਾਂ ਦੇ ਹਾਲਾਤ ਹੁੰਦੇ ਆ, ਸਰਕਾਰਾਂ ਨੂੰ ਉਹਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਅਪਣਾਉਣੀ ਚਾਹੀਦੀ ਆ ਅਤੇ ਸਰਕਾਰਾਂ ਨੂੰ ਸਹੀ ਫੈਸਲੇ ਲੈਣੇ ਚਾਹੀਦੇ ਆ। ਉਹ ਫੈਸਲੇ ਨਹੀਂ ਲੈਣੇ ਚਾਹੀਦੇ ਜਿਹੜੇ ਲੋਕਾਂ ਲਈ ਘਾਤਕ ਹੋਣ ਅਤੇ ਲੋਕਾਂ ਦਾ ਨੁਕਸਾਨ ਕਰਨ। ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਜ਼ਮੀਨਾਂ ਖੋਹਣ ਦੀ ਗੱਲ ਆਈ ਸੀ ਤਾਂ ਉਦੋਂ ਚਾਚਾ ਅਜੀਤ ਸਿੰਘ ਨੇ, ਜੋ ਭਗਤ ਸਿੰਘ ਦੇ ਚਾਚਾ ਜੀ ਹਨ, ਉਹਨਾਂ ਨੇ ਉਸ ਸਮੇਂ ਇੱਕ ਲਹਿਰ ਚਲਾਈ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਅੱਜ ਫਿਰ ਉਸੇ ਲਹਿਰ ਦੀ ਲੋੜ ਆ। ਅੱਜ ਫਿਰ ਸਾਡਾ ਕਿਸਾਨ ਸੰਘਰਸ਼, ਮਜ਼ਦੂਰ ਸੰਘਰਸ਼ ਜਿਹੜਾ ਉਹ ਸੜਕਾਂ 'ਤੇ ਬੈਠਾ, ਦਿੱਲੀ ਦੇ ਬਾਰਡਰਾਂ 'ਤੇ ਬੈਠਾ, ਉਹੀ ਗੱਲ ਕਰ ਰਿਹਾ। ਅਤੇ ਅੱਜ ਫਿਰ ਉਹੀ ਹਾਲਾਤ ਬਣੇ ਆ। ਅਤੇ ਅੱਜ ਵਰਤਮਾਨ ਦੇ ਵਿੱਚ ਮੈਂ ਕੁਝ ਲਾਈਨਾਂ ਫਿਰ ਉਸੇ ਤਰ੍ਹਾਂ ਵਰਤਮਾਨ ਦੇ ਵਿੱਚ ਉਹਨਾਂ ਲਾਈਨਾਂ ਨੂੰ ਰਿਪੀਟ ਕਰਦੇ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਵੈਰੀਆਂ ਨੇ ਲੁੱਟ ਲੈਣਾ ਅੱਜ ਤੇਰਾ ਮਾਲ ਹੋਏ, ਵੈਰੀਆਂ ਨੇ ਲੁੱਟ ਲੈਣਾ ਅੱਜ ਤੇਰਾ ਮਾਲ ਹੋਏ। ਅਤੇ ਕੁਝ ਹੋਰ ਲਾਈਨਾਂ ਜਿਹੜੀਆਂ ਵਾ ਮੈਂ ਇਹਦੇ ਉੱਪਰ ਲਿਖੀਆਂ ਹਨ। ਅਤੇ ਉਹ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਉਸ ਸੰਘਰਸ਼ ਦੇ ਵਿੱਚ ਸਰਕਾਰ ਨੂੰ ਵਿਚਾਰਨਾ ਚਾਹੀਦਾ, ਸਰਕਾਰ ਨੂੰ ਗੱਲ ਕਰਨੀ ਚਾਹੀਦੀ ਆ। ਕਿਉਂਕਿ ਸਰਕਾਰ ਸਾਡੇ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਡੈਮੋਕ੍ਰੇਸੀ ਦੁਆਰਾ ਚੁਣੀ ਹੋਈ ਸਰਕਾਰ ਆ। ਅਤੇ ਬੜੀ ਲੰਬੀ ਦੇਰ ਤੋਂ ਜਿਹੜੇ ਸਾਡੇ ਕਿਸਾਨ ਵੀਰ ਆ, ਮਜ਼ਦੂਰ ਵੀਰ ਆ, ਦਿੱਲੀ ਦੇ ਬਾਰਡਰਾਂ 'ਤੇ ਬੈਠੇ ਆ, ਪਰ ਸਰਕਾਰ ਅਜੇ ਤੱਕ ਗੱਲ ਨਹੀਂ ਸੁਣ ਰਹੀ। ਸਰਕਾਰ ਨੂੰ ਇਹ ਵੇਖਣਾ ਚਾਹੀਦਾ, ਮੋਦੀ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਕਿ ਜੋ ਮੋਦੀ ਸਾਹਿਬ ਦੀ ਪਾਪੂਲਰਿਟੀ ਸੀ, ਮੋਦੀ ਸਾਹਿਬ ਦੇ ਫੈਸਲਿਆਂ ਕਰਕੇ ਉਹਨੂੰ ਖਤਰਾ ਹੋ ਰਿਹਾ, ਅੱਜ ਕੱਲ੍ਹ ਡਿੱਗ ਰਹੀ ਆ। ਅੱਜ ਹੀ ਜਦੋਂ ਰਿਜ਼ਲਟ ਆਏ ਆ ਪੱਛਮੀ ਬੰਗਾਲ ਦੇ, ਜਿੱਥੇ ਕਿ ਬੀਜੇਪੀ ਨੂੰ ਬੜਾ ਕੌਨਫੀਡੈਂਸ ਸੀ ਆਪਣੇ ਆਪ 'ਤੇ ਕਿ ਅਸੀਂ ਜਿੱਤਾਂਗੇ, ਉੱਥੇ ਬੁਰੀ ਤਰ੍ਹਾਂ ਬੀਜੇਪੀ ਦੀ ਹਾਰ ਹੋਈ ਆ। ਬੀਜੇਪੀ ਨੂੰ ਕੰਨ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਵਿਚਰ ਰਹੇ ਹਾਂ, ਇਹ ਸਾਡਾ ਸਿਸਟਮ ਜਿਹੜਾ ਹੈ ਇਹ ਸਾਡਾ ਗਲਤ ਹੈ ਅਤੇ ਸਾਨੂੰ ਇਸ 'ਤੇ ਮੁੜ ਵਿਚਾਰਨਾ ਚਾਹੀਦਾ ਅਤੇ ਸਾਨੂੰ ਇਸ ਸ਼ਾਸਨ ਨੂੰ ਚੰਗੀ ਤਰ੍ਹਾਂ ਚਲਾਉਣਾ ਚਾਹੀਦਾ। ਜੇ ਸ਼ਾਸਕ ਚੰਗੀ ਤਰ੍ਹਾਂ ਸ਼ਾਸਨ ਨੂੰ ਨਹੀਂ ਚਲਾਉਣਗੇ ਅਤੇ ਲੋਕਾਂ ਦੀ ਜਿਹੜੀ ਸਥਿਤੀ ਆ ਉਹ ਬਦ ਤੋਂ ਬਦਤਰ ਹੁੰਦੀ ਜਾਊਗੀ। ਕਿਉਂਕਿ ਇਸ ਵੇਲੇ ਜਿਹੜਾ ਕਰੋਨਾ ਦੇ ਸਮੇਂ ਵੀ ਸਰਕਾਰ ਦਾ ਜਿਹੜਾ ਸਿਸਟਮ ਆ ਬੁਰੀ ਤਰ੍ਹਾਂ ਫੇਲ ਹੋਇਆ। ਆਕਸੀਜਨ ਦੀ ਅੱਜ ਬਲੈਕ ਹੋ ਰਹੀ ਆ, ਦਵਾਈ ਦੀ ਬਲੈਕ ਹੋ ਰਹੀ ਆ। ਅਤੇ ਇਹੀ ਗੱਲ ਸਾਡਾ ਕਿਸਾਨ ਮੋਰਚਾ ਕਿਸਾਨ ਕਹਿੰਦੇ ਆ ਕਿ ਜਦੋਂ ਕਾਰਪੋਰੇਟਾਂ ਦੇ ਵਿੱਚ ਸਾਡਾ ਅਨਾਜ ਚੱਲ ਜਾਏਗਾ ਅਤੇ ਕੀ ਗਰੰਟੀ ਹੈ ਕਿ ਉਹ ਬਾਅਦ ਦੇ ਵਿੱਚ ਬਲੈਕ ਦੇ ਵਿੱਚ ਨਹੀਂ ਵੇਚਣਗੇ, ਆਪਣੀ ਮਨਮਰਜ਼ੀ ਨਹੀਂ ਕਰਨਗੇ। ਅੱਜ ਵੀ ਤਾਂ ਸਾਡੇ ਕੋਲ ਸਰਕਾਰ ਹੈ ਨਾ, ਪੰਜਾਬ ਦੇ ਵਿੱਚ ਸਰਕਾਰ ਹੈ, ਦਿੱਲੀ ਦੇ ਵਿੱਚ ਸਰਕਾਰ ਆ, ਸੈਂਟਰ ਸਰਕਾਰ ਆ। ਇਹਨਾਂ ਸਾਰੀਆਂ ਸਰਕਾਰਾਂ ਦੇ ਹੁੰਦਿਆਂ ਹੋਇਆਂ ਫਿਰ ਵੀ ਤਾਂ ਬਲੈਕ ਮਾਰਕੀਟਿੰਗ ਚੱਲ ਰਹੀ ਹੈ ਨਾ। ਬੈੱਡ ਨਹੀਂ ਮਿਲ ਰਿਹਾ, ਆਕਸੀਜਨ ਬਲੈਕ ਵਿਕ ਰਹੀ ਆ। ਸੱਚ ਕਿਹਦਾ ਜ਼ਿੰਮੇਵਾਰ ਕੌਣ ਆ? ਕਿਉਂ ਉਹ ਬਲੈਕ ਦੇ ਵਿੱਚ ਵਿਕ ਰਹੀਆਂ ਚੀਜ਼ਾਂ? ਉਹ ਬਲੈਕ ਦੇ ਵਿੱਚ ਨਹੀਂ ਵਿਕਣੀਆਂ ਚਾਹੀਦੀਆਂ। ਭਾਵੇਂ ਕੋਈ ਵੀ ਵੇਚਦਾ, ਕੋਈ ਵੀ ਵਿਅਕਤੀ ਆ,
ਭਾਵੇਂ ਹਾਲਾਤ ਕਿਸ ਤਰ੍ਹਾਂ ਦੇ ਵੀ ਆ, ਤੇ ਜੇ ਉਹ ਬਲੈਕ ਦੇ ਵਿੱਚ ਵਿਕ ਰਹੀਆਂ ਤੇ ਸ਼ਾਸਕ ਵਰਗ ਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਸ਼ਾਸਕ, ਕੌਣ ਉਹਦੇ ਨਾਲ ਰਲਿਆ ਹੋਇਆ ਵਾ। ਸੋ ਇਸ ਕਰਕੇ ਸਿਸਟਮ ਨੂੰ ਬਦਲਣ ਵਾਸਤੇ, ਸਿਸਟਮ ਨੂੰ ਸਮਝਣ ਵਾਸਤੇ ਸਰਕਾਰ ਨੂੰ ਜਿਹੜੀ ਆ ਲੋਕਾਂ ਦੀ ਗੱਲ ਦੇ ਵੱਲ ਧਿਆਨ ਦੇਣਾ ਚਾਹੀਦਾ, ਸਥਿਤੀਆਂ ਨੂੰ ਸਮਝਣਾ ਚਾਹੀਦਾ, ਤਾਂ ਕਿ ਜੇ ਅਸੀਂ ਇਹਨਾਂ ਸਥਿਤੀਆਂ ਨੂੰ ਨਾ ਸੰਭਾਲਿਆ ਤੇ ਲੋਕਾਂ ਦੇ ਵਿੱਚ ਨਿਰਾਸ਼ਤਾ ਦਾ ਆਲਮ ਫੈਲ ਜਾਏਗਾ, ਸਰਕਾਰ 'ਤੇ ਜਿਹੜਾ ਵਿਸ਼ਵਾਸ ਜਾਂਦਾ ਰਹੇਗਾ ਤੇ ਉਹ ਹਾਲਾਤ ਜਿਹੜੇ ਆ ਬਦ ਤੋਂ ਬਦਤਰ ਹੋਣਗੇ। ਸੋ ਇਸ ਕਰਕੇ ਸਰਕਾਰ ਨੂੰ ਇਹਨਾਂ ਚੀਜ਼ਾਂ ਪ੍ਰਤੀ ਸੋਚਣਾ ਚਾਹੀਦਾ ਤੇ ਕੰਮ ਕਰਨਾ ਚਾਹੀਦਾ। ਕਿਸਾਨੀ ਸੰਘਰਸ਼ਾਂ 'ਚ ਲੱਗਿਆਂ ਨੂੰ ਦਿੱਲੀ ਦੇ ਵਿੱਚ 200 ਦਿਨ ਦੇ ਕਰੀਬ ਹੋ ਚੱਲੇ ਨੇ। ਹਾਂਜੀ, ਲਗਾਤਾਰ ਕਿਸਾਨਾਂ ਦੀ ਇੱਕੋ ਮੰਗ, ਲਗਾਤਾਰ ਕਿਸਾਨ ਨਹੀਂ, ਆਪਾਂ ਕਹਿੰਦੇ ਕਿ ਪੂਰੇ ਭਾਰਤ ਦੀ ਲੋਕਾਂ ਦੀ ਇੱਕ ਮੰਗ ਜਿਹੜੇ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਹੋਏ ਉਹ ਰੱਦ ਕੀਤੇ ਹਨ। ਮਗਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਅੜੀਆਂ ਰਹੀਆਂ ਨੂੰ ਲੈ ਕੇ ਇਹ ਲਗਾਤਾਰ ਜਿਹੜੀ ਰਫਤਾਰ ਦੀ ਫਾਈਟ ਹੈ ਲਗਾਤਾਰ ਲੰਬੀ ਤੋਂ ਲੰਬੀ ਹੋਣੀ ਜਾ ਰਹੀ ਹੈ। ਇਹ 'ਤੇ ਤੁਹਾਡੀ ਕੀ ਰਾਏ ਹੈਗੀ ਜੀ? ਤੁਸੀਂ ਕਿਸੇ ਦੇਖੇ? ਪਹਿਲੀ ਗੱਲ ਤਾਂ ਜਦੋਂ ਸਰਕਾਰ ਨੇ ਕਾਨੂੰਨ ਲਿਆਂਦੇ ਆ, ਇੱਕ ਜਿਹੜਾ ਕਰੋਨਾ ਟਾਈਮ ਇਹ ਕਾਨੂੰਨ ਨਹੀਂ ਸੀ ਆਉਣੇ ਚਾਹੀਦੇ, ਕਿਉਂਕਿ ਇਹਦੇ ਨਾਲ ਕਿਸਾਨਾਂ ਦੇ ਵਿੱਚ ਵਿਦਰੋਹ ਭਖਿਆ, ਕਿਸਾਨਾਂ ਦੇ ਵਿੱਚ ਵਿਰੋਧ ਆਇਆ ਤੇ ਕਿਸਾਨਾਂ ਨੂੰ ਜਾ ਕੇ ਉਹ ਸੜਕਾਂ ਦੇ ਉੱਪਰ ਬੈਠਣਾ ਪਿਆ। ਜਦੋਂ ਕਿ ਕਰੋਨਾ ਕਾਲ ਚੱਲ ਰਿਹਾ, ਇਹ ਜੋ ਕਾਨੂੰਨ ਲਿਆਂਦੇ ਆ, ਜਦੋਂ ਪਤਾ ਸੀ ਸਰਕਾਰ ਨੂੰ ਕਿ ਕਿਸਾਨਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਿਰੋਧਤਾ ਆਏਗੀ ਤੇ ਸਰਕਾਰ ਨੂੰ ਇਹ ਜਿਹੜੇ ਕਾਨੂੰਨ ਆ ਪੋਸਟਪੋਨ ਕਰਨੇ ਚਾਹੀਦੇ ਸੀ। ਇਹ ਕਾਨੂੰਨ ਜਿਹੜੇ ਆ ਬਾਅਦ ਦੇ ਵਿੱਚ ਲੈ ਆਉਣੇ ਚਾਹੀਦੇ ਸੀ। ਜੇ ਲਿਆਂਦੇ ਆ, ਪਹਿਲੀ ਗੱਲ ਤਾਂ ਸਰਕਾਰ ਕਿਸਾਨਾਂ ਨੂੰ ਪੁੱਛ ਕੇ ਕਾਨੂੰਨ ਲਿਆਉਣੇ ਚਾਹੀਦੇ ਸੀ। ਜੇ ਕਿਸਾਨਾਂ ਦੇ ਭਲੇ ਦੇ ਵਿੱਚ ਇੱਕ ਕਾਨੂੰਨ ਆ ਤੇ ਫਿਰ ਕਿਸਾਨਾਂ ਨੂੰ ਪੁੱਛ ਕੇ ਲਿਆਂਦੇ ਜਾਂਦੇ। ਜੇ ਪੁੱਛ ਕੇ ਨਹੀਂ ਲਿਆਂਦੇ ਤੇ ਜੇ ਕਿਸਾਨ ਹੁਣ ਵਿਰੋਧਤਾ ਕਰ ਰਹੇ ਆ, ਮਜ਼ਦੂਰ ਵਿਰੋਧਤਾ ਕਰ ਰਹੇ ਆ, ਤਾਂ ਸਰਕਾਰ ਨੂੰ ਉਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ, ਉਹ ਰੱਦ ਕਰਨੇ ਚਾਹੀਦੇ ਆ ਤੇ ਦੁਬਾਰਾ ਫਿਰ ਮਤਲਬ ਸੋਚਣਾ ਚਾਹੀਦਾ, ਕਿਸਾਨਾਂ ਨਾਲ ਸਲਾਹ ਕਰਕੇ, ਕਿਸਾਨਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਜੋ ਕਿਸਾਨਾਂ ਲਈ ਕਾਨੂੰਨ ਆ ਉਹ ਬਣਾਏ ਜਾਣੇ ਚਾਹੀਦੇ। ਭਾਰਤ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਲਗਾਤਾਰ ਕਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ। ਪਿਛਲੇ ਸਾਲ ਵੀ ਲੱਖਾਂ ਮੌਤਾਂ ਹੋਈਆਂ ਭਾਰਤ ਵਿੱਚ ਵੀ। ਇਸ ਸਾਲ ਵੀ ਲਗਾਤਾਰ ਮੌਤਾਂ ਦਾ ਆંકੜਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ। ਕਰੋਨਾ ਦੇ ਕੇਸ ਵੱਧਦੇ ਲਗਾਤਾਰ ਜਾ ਰਹੇ ਹੈ। ਪਰ ਦਿੱਲੀ ਦੇ ਵਿੱਚ ਵੇਖਿਆ ਕਰੋਨਾ ਮਹਾਮਾਰੀ ਦੇ ਵਧਣ ਕਰਕੇ ਜਿਹੜੀ ਆਕਸੀਜਨ ਦੀ ਕਮੀ ਹੋਣ ਕਰਕੇ ਕਿੰਨੇ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਆਪਾਂ ਕਈ ਵੇਖੇ ਹਸਪੀਟਲ ਦੇ ਲੋਕਾਂ ਇਲਾਜ ਹੁੰਦੇ ਲੈਣਾ ਜੋ ਵੇਖੀਏ, ਪਰ ਸ਼ਮਸ਼ਾਨ ਘਰ ਦੇ ਬਾਅਦ ਲੋਕਾਂ ਦੇ ਲਾਸ਼ਾਂ ਰੱਖ ਕੇ ਲੋਕ ਲੈਣਾ 'ਚ ਬੈਠੇ ਹੋਏ ਆ। ਤੁਹਾਨੂੰ ਲੱਗਦਾ ਨਹੀਂ ਭਾਰਤ ਸਰਕਾਰ ਨੂੰ ਜਾਂ ਦਿੱਲੀ ਦੇ ਕੇਂਦਰ ਸਰਕਾਰ ਨੂੰ ਜਾਂ ਦਿੱਲੀ ਦੀ ਮੁੱਖ ਮੰਤਰੀ ਸਰਕਾਰ ਕੇਜਰੀਵਾਲ ਸਰਕਾਰ ਹੈ ਉਹਨੂੰ ਤਿਆਰੀ ਕਰ ਲੈਣੀ ਚਾਹੀਦੀ ਕਿ ਆਉਣ ਵਾਲੀ ਪੀਕ ਬਹੁਤ ਖਤਰਨਾਕ ਹੈਗੀ, ਉਹ 'ਤੇ ਥੋੜ੍ਹੀ ਕਰੀ ਹੈ। ਜਿਵੇਂ ਕਿ ਇੱਕ ਬਿਮਾਰੀ, ਇਹਨੂੰ ਆਪਾਂ ਮਹਾਂਮਾਰੀ ਕਹਿ ਸਕਦੇ ਹਾਂ, ਬਿਨਾਂ ਸ਼ੱਕ ਮਹਾਂਮਾਰੀ ਦਾ ਸ਼ਿਕਾਰ ਕੋਈ ਵੀ ਹੋ ਸਕਦਾ। ਇਹ ਸਰਕਾਰ ਦੇ ਵੱਸ ਨਹੀਂ ਮਹਾਂਮਾਰੀ ਆਉਣਾ, ਪਰ ਸਰਕਾਰ ਦਾ ਪ੍ਰਬੰਧ ਦੇਣਾ ਤਾਂ ਸਰਕਾਰ ਦੇ ਵੱਸ ਆ ਨਾ। ਇਹ ਕਿਸੇ ਵੀ ਵਿਅਕਤੀ ਦਾ, ਜਿਹੜਾ ਇਸ ਦੇਸ਼ ਦਾ ਨਾਗਰਿਕ ਆ, ਉਹਦਾ ਇੱਕ ਕੁਦਰਤੀ ਹੱਕ ਬਣਦਾ ਕਿ ਜੇ ਉਹ ਬਿਮਾਰੀ ਦੀ ਹਾਲਤ ਦੇ ਵਿੱਚ ਹੈ ਤਾਂ ਉਹਨੂੰ ਇੱਕ ਚੰਗਾ ਹਸਪਤਾਲ, ਚੰਗਾ ਬੈੱਡ ਤੇ ਜੇ ਆਕਸੀਜਨ ਦੀ ਲੋੜ ਆ ਤੇ ਉਹ ਉਹਨੂੰ ਮਿਲਣਾ ਚਾਹੀਦਾ। ਜੇ ਨਹੀਂ ਮਿਲ ਰਿਹਾ, ਜੇ ਲੋਕੀ ਖੱਜਲ ਖਰਾਬ ਹੋ ਰਹੇ ਆ ਤੇ ਇਹਦੇ ਵਾਸਤੇ ਚੁਣੀਆਂ ਹੋਈਆਂ ਸਾਡੀਆਂ ਸਰਕਾਰਾਂ ਜਿਹੜੀਆਂ ਇਸ ਵੇਲੇ ਸ਼ਾਸਕ ਕਰ ਰਹੀਆਂ, ਇਹਦੇ ਵਿੱਚ ਅਸੀਂ ਉਹਨਾਂ ਨੂੰ ਨਹੀਂ ਹੁਣ ਜ਼ਿੰਮੇਵਾਰ ਕਹਿ ਸਕਦੇ। ਜਿਹੜੀਆਂ ਸਰਕਾਰਾਂ ਸ਼ਾਸਨ ਤੋਂ ਬਾਅਦ ਆ, ਜਿਹੜੀਆਂ ਸ਼ਾਸਨ ਦੇ ਵਿੱਚ ਸਰਕਾਰਾਂ ਵਾ, ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਊਗਾ। ਤੇ ਜੇ ਪਿਛਲੇ ਸਾਲ ਤੋਂ 1 ਸਾਲ ਤੋਂ ਕਰੋਨਾ ਆਇਆ ਤੇ ਅਜੇ ਤੱਕ ਪ੍ਰਬੰਧ ਨਹੀਂ ਹੋ ਸਕੇ ਤੇ ਇਹ ਸਰਕਾਰ ਦੀ ਨਲਾਇਕੀ ਕਹੀ ਜਾਵੇਗੀ। ਨਲਾਇਕੀ ਹੈ ਸਰਕਾਰ ਦੀ ਕਿ ਇੱਕ ਸਾਲ ਦੇ ਵਿੱਚ ਕੋਈ ਪ੍ਰਬੰਧ ਨਹੀਂ ਕਰ ਸਕੀ ਤੇ ਹੁਣ ਦੁਬਾਰਾ ਤੋਂ ਫਿਰ ਇੱਕ ਦੂਸਰੀ ਲਹਿਰ ਚੱਲ ਰਹੀ ਆ। ਅਜੇ ਇਹ ਚੀਜ਼ ਇਸ ਤੋਂ ਅੱਗੇ ਵਧੇਗੀ, ਜੇ ਹੋਰ ਵੀ ਵਧੇਗੀ ਜਿਸ ਤਰ੍ਹਾਂ ਕਿ ਦੱਸਿਆ ਜਾ ਰਿਹਾ, ਤੇ ਸਰਕਾਰ ਨੂੰ ਅਗਾਊਂ ਹੁਣ ਵੀ ਪ੍ਰਬੰਧ ਕਰਨੇ ਚਾਹੀਦੇ ਆ ਤਾਂ ਕਿ ਲੋਕੀ, ਜਿਸ ਤਰ੍ਹਾਂ ਕਹਿਣਾ ਬੜਾ ਔਖਾ ਅੱਜ ਕੱਲ੍ਹ, ਕਿਉਂਕਿ ਲਾਸ਼ਾਂ ਨੂੰ ਵਾਸਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ। ਲਾਸ਼ਾਂ ਦਾ ਜਿਸ ਤਰ੍ਹਾਂ ਸੰਸਕਾਰ ਹੋ ਰਿਹਾ, ਅੱਜ ਮਰਦੇ ਬੰਦੇ ਨੂੰ ਵੀ ਸਤਿਕਾਰ ਨਹੀਂ ਮਿਲ ਰਿਹਾ ਕਿ ਕਿਸ ਤਰ੍ਹਾਂ ਉਹਦਾ ਸਨਮਾਨ ਦੇ ਨਾਲ ਸੰਸਕਾਰ ਹੋ ਸਕੇ। ਜੇ ਜੀਂਦੇ ਬੰਦੇ ਨੂੰ ਦਵਾਈ ਨਹੀਂ ਮਿਲੀ, ਕੁਛ ਨਹੀਂ ਮਿਲਿਆ, ਘੱਟੋ ਘੱਟ ਮਰਦੇ ਨੂੰ ਤਾਂ ਮਿਲ ਜਾਂਦਾ। ਜੋ ਸਥਿਤੀਆਂ ਵੇਖੀਆਂ ਜਾ ਰਹੀਆਂ, ਕੋਈ 2 ਬੰਦੇ ਮੈਂ ਵੇਖੇ, ਦੇਖ ਕੇ ਰੋਣ ਆਉਂਦਾ ਕਿ ਉਹਨਾਂ 2 ਬੰਦਿਆਂ ਨੇ, ਉਹਦੇ ਬੱਚੇ ਨੇ ਆਪਣੀ ਮਾਂ ਦੀ ਲਾਸ਼ ਜਿਹੜੀ ਆ ਵਿੱਚ ਰੱਖੀ ਹੋਈ ਆ ਤੇ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਆ। ਦੂਸਰੇ ਬੰਨੇ ਕੋਈ ਰਿਕਸ਼ੇ ਦੇ ਵਿੱਚ ਲਾਸ਼ ਲੈ ਕੇ ਗਿਆ। ਤੇ ਜਿਹੜੀ ਅਸੀਂ ਸਾਹ ਦੇਖਦੇ ਹਾਂ ਕਿ ਲੋਕੀ ਤਰਸ ਰਹੇ ਆ, ਆਕਸੀਜਨ ਦਾ ਕਰਕੇ ਜਾਨਾਂ ਜਾ ਰਹੀਆਂ, ਉਹ ਸਰਕਾਰ ਦੀ ਨਲਾਇਕੀ ਹੈ ਤੇ ਉਹ ਸਰਕਾਰ ਨੂੰ ਉਹਦੇ ਤੇ ਜ਼ਿੰਮੇਵਾਰੀ ਆਪਣੀ ਸਮਝਣੀ ਚਾਹੀਦੀ ਆ। ਇਹ ਨਹੀਂ ਕਿ ਜਿਸ ਤਰ੍ਹਾਂ ਸਰਕਾਰਾਂ ਇੱਕ ਦੂਸਰੇ ਤੇ ਵਿਰੋਧੀਆਂ ਤੇ ਜ਼ਿੰਮੇਵਾਰੀ ਪਾ ਰਹੇ ਆ ਕਿ ਦੂਜਾ ਜ਼ਿੰਮੇਵਾਰ। ਅੱਜ ਮਿਹਣੇ ਦੇਣ ਦਾ ਟਾਈਮ ਨਹੀਂ ਗਾ। ਜੇ ਅਸੀਂ ਲੋਕਾਂ ਤੋਂ ਵੋਟਾਂ ਲਈਆਂ ਤੇ ਸਰਕਾਰ ਬਣਾਈ ਆ ਤੇ ਜਿਹੜੀ ਸਰਕਾਰਾਂ ਇਸ ਵੇਲੇ ਸ਼ਾਸਨ ਦੇ ਵਿੱਚ ਆ, ਉਹਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਤੇ ਆਉਣ ਵਾਲੇ ਪ੍ਰਬੰਧ ਕਰਨ ਦੀ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਆਉਣ ਵਾਲੀ ਵਿਧਾਨ ਸਭਾ ਚੋਣਾਂ ਆ ਰਹੀਆਂ ਜੀ। ਵਿਧਾਨ ਸਭਾ ਚੋਣਾਂ ਦੇ ਵਿੱਚ ਜਿਵੇਂ ਕਿ ਕਹਿ ਰਹੀ ਆਪਾਂ ਲੋਕ
ਵੋਟਾਂ ਦੇ ਪਾਉਂਦੇ ਸਰਕਾਰਾਂ ਨੂੰ ਆਪਣੀ ਸਰਕਾਰ ਆਪ ਚਾਹੁੰਦੇ ਨੇ। ਹੁਣ ਬੀਜੇਪੀ ਵੀ ਦਾਅਵਾ ਕਰ ਰਹੀ ਹੈ ਕਿ ਮੈਂ ਪੰਜਾਬ ਦੇ ਵਿੱਚ ਵੀ ਸਰਕਾਰ ਬਣਾ ਕੇ ਵਿਖਾਵਾਂਗੇ। ਇਹ ਤੁਹਾਡਾ ਕੀ ਰਾਏ ਹੈ? ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸਾਨੂੰ ਵੋਟਰਾਂ ਨੂੰ ਚਾਹੀਦਾ ਕਿ ਜਦੋਂ ਸਾਡੇ ਪਿੰਡਾਂ ਦੇ ਵਿੱਚ ਆਉਣਗੇ, ਕੋਈ ਵੀ ਜਿਹੜਾ ਸਾਡੇ ਤੋਂ ਵੋਟਾਂ ਲੈਣ ਵਾਸਤੇ ਆਵੇਗਾ, ਕਿਸੇ ਵੀ ਪਾਰਟੀ ਦਾ ਹੋਵੇ, ਬੀਜੇਪੀ ਦਾ, ਕਾਂਗਰਸ ਦਾ, ਅਕਾਲੀ ਦਲ ਦਾ ਜਾਂ ਹੋਰ ਵੀ ਕਿਸੇ ਪਾਰਟੀ ਦਾ, ਪਹਿਲਾਂ ਉਹਨੂੰ ਸਵਾਲ ਕੀਤੇ ਜਾਣ ਕਿ ਜਿਹੜੇ ਪਹਿਲੇ ਤੁਸੀਂ ਵਾਅਦੇ ਕੀਤੇ ਉਹ ਪੂਰੇ ਕੀਤੇ ਆ। ਜੇ ਤੁਸੀਂ ਉਹ ਵਾਅਦੇ ਪੂਰੇ ਨਹੀਂ ਕੀਤੇ ਤੇ ਗਾਂਹ ਵਾਲੇ ਵਾਅਦੇ ਤੁਸੀਂ ਪੂਰੇ ਕਰੋਗੇ। ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਸਾਰੇ ਚੁਣਾਵੀ ਜੁਮਲੇ ਬਣ ਕੇ ਰਹਿ ਜਾਂਦੇ ਆ ਤੇ ਲੋਕਾਂ ਦੇ ਨਾਲ ਧੱਕਾ ਹੋ ਜਾਂਦਾ। ਸਾਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਆ। ਵੋਟਰ ਜਿਹੜਾ ਵਾ ਸਿਆਣਾ ਹੋਣਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਦੀਆਂ ਸਰਕਾਰਾਂ ਚੁਣਦੇ ਰਵਾਂਗੇ ਜਿਹੜੀਆਂ ਬਾਅਦ ਦੇ ਵਿੱਚ ਆਪਦੀ ਜ਼ਿੰਮੇਵਾਰੀ ਤੋਂ ਭੱਜ ਜਾਂਦੀਆਂ ਤੇ ਸਾਡੇ ਹਾਲਾਤ ਜਿਹੜੇ ਆ ਉਹ ਸੁਧਰਨ ਦੀ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਕੀ ਲੱਗਦਾ ਆਉਣ ਵਾਲਾ ਸਮਾਂ ਜੇ ਇਹੋ ਜਿਹੇ ਲੋਕਾਂ ਦੇ ਹਾਲਾਤ ਇਹੋ ਜਿਹੇ ਰਹੇ ਤੇ ਆਉਣ ਵਾਲੇ ਹਾਲਾਤ ਕਿਹੋ ਜਿਹੇ ਹੋਣਗੇ? ਆਉਣ ਵਾਲੇ ਹਾਲਾਤ ਜੇ ਲੋਕੀ ਸਮਝਦਾਰੀ ਦੇ ਨਾਲ ਵੋਟ ਨਹੀਂ ਪਾਉਣਗੇ, ਇਹਨਾਂ ਨੂੰ ਜਿਹੜੇ ਸਾਡਾ ਸ਼ਾਸਕ ਵਰਗ ਆ, ਜਿਹੜਾ ਸਾਡਾ MLA ਵਰਗ ਆ, MP ਵਰਗ ਆ, ਜੇ ਉਹਨਾਂ ਤੇ ਸਵਾਲ ਨਹੀਂ ਕਰਨਗੇ ਤੇ ਉਹ ਇਸੇ ਤਰ੍ਹਾਂ ਮਨਮਨੀਆਂ ਕਰਦੇ ਰਹਿਣਗੇ ਤੇ ਜਿਸ ਤਰ੍ਹਾਂ ਜਦੋਂ ਕੋਈ ਆਫਤ ਆਉਂਦੀ ਆ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਅੰਦਰ ਵੜ ਜਾਣਗੇ। ਇਸ ਕਰਕੇ ਸਾਨੂੰ ਉਹ ਲੋਕ ਚੁਣਨੇ ਚਾਹੀਦੇ ਆ ਜਿਹੜੇ ਕਿਸੇ ਆਫਤ ਦੇ ਸਮੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਸਕਣ। ਇਹਨਾਂ ਹਾਲਾਤਾਂ ਬਾਰੇ ਤੁਸੀਂ ਕੋਈ ਕਵਿਤਾ ਲਿਖੀ ਇਹੋ ਜਿਹੀ ਕੋਈ ਜੋ ਆਪਾਂ ਆਪਣੇ ਦਰਸ਼ਕਾਂ ਨੂੰ ਸੁਣਾ ਸਕੀਏ ਤਾਂ ਕਿ ਉਹ ਗੌਰ ਨਾਲ ਸੁਣ ਕੇ ਉਹ 'ਤੇ ਅਮਲ ਕਰ ਸਕਣ? ਇਸ ਵੇਲੇ ਕਿਸਾਨੀ ਅੰਦੋਲਨ ਤੇ ਕਵਿਤਾਵਾਂ ਲਿਖੀਆਂ ਕਿ ਜਿਹੜਾ ਸ਼ਾਸਕ ਆ ਸਾਡਾ ਇੱਕ ਨਾਗਰਿਕ ਨੂੰ ਛੱਡ ਕੇ ਕੁਝ ਕਾਰਪੋਰੇਟਾਂ ਦਾ ਹੋ ਗਿਆ। ਸੋ ਇਸ ਕਰਕੇ ਉਹ ਜਿਹੜੀ ਕਵਿਤਾ ਉਹ ਮੈਂ ਤੁਹਾਨੂੰ ਸੁਣਾ ਸਕਦਾ। ਕੋਈ ਨਾ ਸੁਣਦਾ ਨਾਗਰਿਕ ਵਿਲਕ ਰਹਿ, ਸਭ ਸੌਂ ਗਏ ਕੰਨ ਵਲੇਟ ਕੇ, ਇਹਨਾਂ ਸੁੱਤਿਆਂ ਨੂੰ ਕੌਣ ਜਗਾਲੇ ਹੋਏ, ਉੱਠ ਜਾਗ ਕਿਰਤੀਆ ਜਾਗ ਤੂੰ, ਸ਼ਾਸਕ ਨੂੰ ਪਾ ਦੇ ਪਾਲੇ ਹੋਏ। ਨਿਆਂ ਥਿੜਕਿਆ ਮੀਡੀਆ ਚੋਰ ਹੋਇਆ, ਨਿਆਂ ਥਿੜਕਿਆ ਮੀਡੀਆ ਚੋਰ ਹੋਇਆ, ਰੰਗ ਬਦਲ ਕੇ ਨੇਤਾ ਹੋਰ ਹੋਇਆ, ਵਣ ਭੱਜਿਆ ਆਵਾਜ਼ ਨਾ ਦੇਵੰਦਾ, ਜਨਤਾ ਨਿਆਂ ਸੜਕਾਂ ਤੇ ਭਾਲੇ ਹੋਏ, ਉੱਠ ਜਾਗ ਕਿਰਤੀਆ ਜਾਗ ਤੂੰ, ਸ਼ਾਸਕ ਨੂੰ ਪਾ ਦੇ ਪਾਲੇ ਹੋਏ। ਤੇਰੇ ਸ਼ਾਂਤਮਈ ਇਸ ਅੰਦੋਲਨ ਤੋਂ ਹੈ ਤਖਤ ਸ਼ਾਸਕ ਦਾ ਡੋਲ ਰਿਹਾ, ਤੇਰੇ ਸੱਚ ਦੇ ਰਸਤੇ ਚੱਲਦੇ ਤੋਂ ਨਿਤ ਝੂਠ ਦਾ ਪੋਲ ਹੈ ਖੋਲ ਰਿਹਾ। ਇਹ ਝੂਠ ਦੇ ਬੱਦਲ ਛੱਟ ਜਾਣੇ ਜਦੋਂ ਰਸਤਾ ਸੱਚ ਵਿਖਾਲੇ ਹੋਏ, ਉੱਠ ਜਾਗ ਕਿਰਤੀਆ ਜਾਗ ਤੋਂ, ਸ਼ਾਸਕ ਨੂੰ ਪਾ ਦੇ ਪਾਲੇ ਹੋਏ। ਜੀ ਇਹ ਤੁਹਾਡੀ ਜਿਹੜੀ ਕਵਿਤਾ ਵਾ ਸਾਡੇ ਨੈਸ਼ਨਲ ਪੋਸਟ ਜੋ ਕਿ ਤੁਹਾਡੇ ਰੂਬਰੂ ਜੋ ਦਰਸ਼ਕ ਉਹ ਦੇਖਣਗੇ। ਇਹਦੇ ਨਾਲ ਹੀ ਅਸੀਂ ਨੈਸ਼ਨਲ ਪੋਸਟ ਦੀ ਟੀਮ ਨੂੰ ਲਗਾਤਾਰ ਦਰਸ਼ਕਾਂ ਨੂੰ ਆਪਣੇ ਵੱਲੋਂ ਅਪੀਲ ਕਰਦੇ ਹਾਂ ਕਿ ਕੋਈ ਵੀ ਅਗਰ ਆਪਣੀ ਗੱਲ ਰੱਖਣਾ ਚਾਹੁੰਦਾ ਹੋਵੇ ਲੋਕਾਂ ਤੱਕ ਆਪਣੀ ਦਾ TV ਨੈਸ਼ਨਲ ਪੋਸਟ ਆਪਣੇ ਚੈਨਲ 'ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਤਾਂ ਕਿ ਤੁਹਾਡੀ ਵੀ ਗੱਲ ਇਸੇ ਤਰ੍ਹਾਂ ਜਿਸ ਤਰ੍ਹਾਂ ਮਾਸਟਰ ਗੁਰਚਰਨ ਸਿੰਘ ਜੀ ਨੇ ਨੈਸ਼ਨਲ ਪੋਸਟ ਦੇ ਜ਼ਰੀਏ ਲੋਕਾਂ ਨੂੰ ਸਰਕਾਰਾਂ ਦੇ ਹਾਲਾਤਾਂ ਦੇ ਬਾਰੇ ਦੱਸਿਆ, ਉਸ ਤਰ੍ਹਾਂ ਹੀ ਲੋਕਾਂ ਦੀ ਹਰ ਆਵਾਜ਼ ਬਣ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਤਰਨਤਾਰਨ ਤੋਂ ਪਵਨ ਕੁਮਾਰ, ਨੈਸ਼ਨਲ ਪੋਸਟ TV।